ਹੈਲੋ ਸਟੂਡੈਂਟਸ, ਗੁੱਡ ਮੋਰਨਿੰਗ ਟੂ ਆਲ ਆਫ ਯੂ। ਲੈਟਸ ਲਰਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਡਿਸਕਸ ਕਰਾਂਗੇ ਚੈਪਟਰ ਨੰਬਰ 16 ਵੇਸਟ। ਠੀਕ ਹੈ, ਜਿਹਦੇ ਵਿੱਚ ਅਸੀਂ ਵੇਸਟ ਬਾਰੇ ਪੜ੍ਹਾਂਗੇ, ਉਹਦੀਆਂ ਟਾਈਪਸ ਪੜ੍ਹਾਂਗੇ, ਉਹਦੀ ਕਲਾਸੀਫਿਕੇਸ਼ਨ ਪੜ੍ਹਾਂਗੇ, ਮੈਨੇਜਮੈਂਟ ਪੜ੍ਹਾਂਗੇ, ਰੀਯੂਜ਼ਿੰਗ ਔਰ ਰੀਸਾਈਕਲਿੰਗ ਕਿੱਦਾਂ ਉਹਦੇ ਬਾਰੇ ਪੜ੍ਹਾਂਗੇ। ਠੀਕ ਹੈ, ਸੋ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਡਾਇਗਰਾਮ ਟਾਈਪਸ ਆਫ 5 R's ਆਫ ਜ਼ੀਰੋ ਵੇਸਟ ਲਿਵਿੰਗਸ। ਇਹਦੇ ਵਿੱਚ ਕੀ ਹੈ 5 R ਦਾ ਕੀ ਮਤਲਬ ਹੈ? 5 R ਦੇ ਵਿੱਚ ਕੀ ਆ ਜਾਂਦਾ? ਰਿਡਿਊਜ਼, ਰੀਸਾਈਕਲ, ਰਿਕਵਰ, ਰੀਯੂਜ਼, ਰਿਫਿਊਜ਼। ਠੀਕ ਹੈ, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ। ਦੇਖੋ ਇਹਦੇ ਵਿੱਚ ਆਪਾਂ ਪੜ੍ਹਾਂਗੇ ਪਹਿਲਾਂ ਤਾਂ ਅਲੋਂਗ ਵਿਦ ਦਾ ਹੋਲ ਕਲਾਸ ਮੋਹਨ ਐਂਡ ਰਾਜੂ ਵਰ ਬਿਜ਼ੀ ਪੁਟਿੰਗ ਅਪ ਚਾਰਟਸ ਐਮਫੇਸਾਈਜ਼ਿੰਗ ਦਾ ਨਿਊ 5 R's ਆਫ ਐਨਵਾਇਰਨਮੈਂਟ ਮੈਨੇਜਮੈਂਟ। ਕਹਿੰਦੇ ਮਤਲਬ ਕਿ ਇਹਦੇ ਵਿੱਚ ਮੋਹਨ ਤੇ ਰਾਜੂ ਜਿਹੜੇ ਇਹਦੇ ਵਿੱਚ ਬਿਜ਼ੀ ਰਹੇ ਐਮਫੇਸਿਸ ਕਰਨ ਨੂੰ ਕਿ 5 R ਕੀ ਹੈ ਐਕਚੁਅਲ 'ਚ। ਇਹਦੇ 'ਚ ਕੀ ਹੈ? ਰਿਡਿਊਜ਼ ਕਰਨਾ। ਰਿਡਿਊਜ਼ ਦਾ ਮਤਲਬ ਹੁੰਦਾ ਘਟਾਉਣਾ। ਰਿਫਿਊਜ਼ ਮਤਲਬ ਕਿ ਰਿਫਿਊਜ਼ ਕਰ ਦੇਣਾ, ਉਹਨੂੰ ਹਟਾਉਣਾ। ਠੀਕ ਹੈ, ਰੀਯੂਜ਼ ਮਤਲਬ ਦੁਬਾਰਾ ਯੂਜ਼ ਕਰਨਾ। ਰਿਕਵਰ ਮੀਨਸ ਉਹਦੀ ਹੀ ਰਿਕਵਰੀ ਕਰ ਲੈਣਾ ਜੋ ਆਪਣੇ ਕੋਲ ਹੈਗਾ ਆ। ਠੀਕ ਹੈ, ਰੀਸਾਈਕਲ ਮਤਲਬ ਕਿ ਉਹੀ ਮਤਲਬ ਦੁਬਾਰਾ ਫਿਰ ਤੋਂ ਯੂਜ਼ ਕਰ ਲੈਣਾ। ਠੀਕ ਹੈ, ਰੀਸਾਈਕਲ ਇਸ ਤਰ੍ਹਾਂ ਮਤਲਬ ਰਿਪੀਟ ਕਰੀ ਜਾਣਾ। ਠੀਕ ਹੈ, ਦਿਸ ਵਾਜ਼ ਬੀਂਗ ਡਨ ਅਕੋਰਡਿੰਗ ਟੂ ਦਾ ਮੈਸੇਜ ਰਿਸੀਵਡ ਫਰੋਮ ਦਾ ਈਕੋ ਕਲੱਬ ਆਫ ਸਕੂਲ। ਮਤਲਬ ਕਿ ਇਹ ਕਿਹਦੇ ਦੁਆਰਾ ਡਨ ਕੀਤਾ ਗਿਆ? ਈਕੋ ਕਲੱਬ ਆਫ ਸਕੂਲ ਜਿਹੜਾ ਉਹਦੇ ਦੁਆਰਾ ਡਨ ਕੀਤਾ ਗਿਆ। ਦੇਖੋ ਸਭ ਤੋਂ ਪਹਿਲਾਂ ਵਟ ਇਜ਼ ਵੇਸਟ। ਵੇਸਟ ਕੀ ਹੁੰਦਾ? ਵੇਸਟ ਇਜ਼ ਐਨੀ ਸਬਸਟੈਂਸ ਵਿਚ ਇਜ਼ ਆਫ ਨੋ ਯੂਜ਼ ਆਫ ਅਸ ਐਨੀ ਮੋਰ ਵਿਚ ਵੀ ਟਰਾਈ ਟੂ ਡਿਸਕਾਰਡ। ਮਤਲਬ ਕਿ ਵੇਸਟ ਕੀ ਹੁੰਦਾ ਆ? ਸਾਡੇ ਘਰ ਦੇ ਵਿੱਚ ਵੀ ਵੇਸਟ ਹੁੰਦਾ ਆ। ਠੀਕ ਹੈ, ਵੇਸਟ ਉਹ ਪਦਾਰਥ ਹੁੰਦਾ ਹੈ, ਉਹ ਚੀਜ਼ ਹੁੰਦੀ ਹੈ ਜਿਹੜਾ ਮਤਲਬ ਕਿ ਸਾਡੇ ਯੂਜ਼ ਦੇ ਵਿੱਚ ਔਰ ਮਤਲਬ ਨਹੀਂ ਰਹਿੰਦਾ। ਠੀਕ ਹੈ, ਅਸੀਂ ਉਹਨੂੰ ਵਰਤਦੇ ਨਹੀਂ ਅੱਗੇ, ਉਹ ਵੇਸਟ ਹੋ ਜਾਂਦਾ, ਮਤਲਬ ਉਹਦੀ ਸਾਨੂੰ ਜ਼ਰੂਰਤ ਨਹੀਂ ਹੁੰਦੀ। ਜਿਸ ਤਰ੍ਹਾਂ ਘਰ ਦਾ ਕਿਚਨ ਦਾ ਕਚਰਾ ਹੋ ਗਿਆ। ਠੀਕ ਹੈ, ਕੋਈ ਵੀ ਵੇਸਟ ਲੈ ਲਓ, ਹਾਊਸ ਹੋਲਡ ਥਿੰਗਸ ਦਾ, ਕਿਸੇ ਵੀ ਤਰ੍ਹਾਂ ਦਾ ਲੋਟ ਆਫ ਗਾਰਬੇਜ ਵਿਚ ਇਜ਼ ਆਈਟਮ ਥਰੋ ਅਵੇ। ਮਤਲਬ ਅਸੀਂ ਕਿੰਨਾ ਸਾਰਾ ਗਾਰਬੇਜ ਜਿਹੜਾ ਘਰਾਂ ਦੇ ਵਿੱਚੋਂ ਬਾਹਰ ਸੁੱਟਦੇ ਹਾਂ ਉਹ ਸਾਰਾ ਵੇਸਟ ਹੀ ਹੁੰਦਾ ਹੈ। ਠੀਕ ਹੈ, ਜਿਹਦੇ ਵਿੱਚ ਕਿਚਨ ਦਾ ਮਤਲਬ ਜਾਂ ਫਿਰ ਸਾਡੇ ਹਾਊਸ ਦਾ ਕੂੜਾ ਕਚਰਾ ਜੋ ਵੀ ਹੁੰਦਾ ਆ, ਠੀਕ ਹੈ, ਉਹਨੂੰ ਸਾਰੇ ਨੂੰ ਵੇਸਟ ਬੋਲ ਦਿੰਦੇ ਆ। ਠੀਕ ਹੈ, ਸੋ ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਅੱਗੇ ਹੈਗਾ ਆ ਟਾਈਪਸ ਆਫ ਵੇਸਟ। ਟਾਈਪਸ ਆਫ ਵੇਸਟ ਕਿਸ ਤਰ੍ਹਾਂ ਦੀ ਹੁੰਦੀ ਹੈ? ਸਭ ਤੋਂ ਪਹਿਲਾਂ ਹੈਗਾ ਆ ਬਾਇਓਗ੍ਰੇਡੇਬਲ ਵੇਸਟ। ਬਾਇਓਗ੍ਰੇਡੇਬਲ ਵੇਸਟ ਕੀ ਹੁੰਦੀ? ਵੇਸਟ ਦੈਟ ਗੈਟ ਡਿਕੇਡ ਐਂਡ ਡਿਕੰਪੋਜ਼ਡ। ਮਤਲਬ ਕਿ ਬ੍ਰੇਕ ਡਾਊਨ ਇਨਟੂ ਦੇਅਰ ਕੰਪੋਨੈਂਟ ਐਲੀਮੈਂਟਸ। ਮਤਲਬ ਕਿ ਜਿਨ੍ਹਾਂ ਨੂੰ ਆਪਾਂ ਦੁਬਾਰਾ ਤੋੜ ਸਕਦੇ ਹਾਂ, ਤੋੜ ਕੇ ਨੈਕਸਟ ਫਰਦਰ ਉਹਨੂੰ ਮਤਲਬ ਯੂਟੀਲਾਈਜ਼ ਕਰ ਸਕਦੇ ਹਾਂ। ਨੈਚੁਰਲੀ ਐਂਡ ਹੈਂਸ ਗੋ ਇਨਟੂ ਦਾ ਸੋਇਲ। ਮਤਲਬ ਕਹਿੰਦਾ ਕਿ ਉਹਨੂੰ ਦੁਬਾਰਾ ਨੈਚੁਰਲ ਤਰੀਕੇ ਨਾਲ, ਕੁਦਰਤੀ ਤਰੀਕੇ ਦੇ ਨਾਲ ਮਿੱਟੀ ਦੇ ਵਿੱਚ ਸਿੱਟ ਸਕਦੇ ਹਾਂ। ਐਂਡ ਸੈਟ ਟੂ ਬੀ ਬਾਇਓਗ੍ਰੇਡੇਬਲ ਵੇਸਟ, ਜਿਹਨੂੰ ਕਿ ਬੋਲ ਸਕਦੇ ਹਾਂ ਆਪਾਂ ਬਾਇਓਗ੍ਰੇਡੇਬਲ ਵੇਸਟ। ਦਾ ਵੇਸਟ ਜਨਰੇਟਡ ਫਰੋਮ ਦਾ excretory organs of living organism gets decomposed naturally, so there are ਬਾਇਓਗ੍ਰੇਡੇਬਲਸ। ਮਤਲਬ ਕਿ ਇਹ ਨੈਚੁਰਲ ਤਰੀਕੇ ਦੇ ਨਾਲ ਕੀ ਹੋ ਜਾਂਦਾ? ਡੀਕੰਪੋਜ਼ ਹੋ ਜਾਂਦਾ ਹੈ। ਠੀਕ ਹੈ, ਜਿਸ ਤਰ੍ਹਾਂ ਹੁਣ ਸਾਡੇ ਘਰਾਂ ਦੇ ਵਿੱਚ ਕਚਰਾ ਹੁੰਦਾ ਹੈ। ਠੀਕ ਹੈ, ਵੇਸਟ ਹੁੰਦਾ ਹੈ, ਕਿਚਨ ਦਾ ਵੇਸਟ, ਵੈਜੀਟੇਬਲਸ ਦਾ ਵੇਸਟ ਹੁੰਦਾ ਹੈ, ਫਰੂਟਸ ਦਾ ਵੇਸਟ ਹੁੰਦਾ ਹੈ। ਜਿਸ ਤਰ੍ਹਾਂ ਵੂਡ, ਕੋਈ ਲੱਕੜੀ, ਲੀਵਸ, ਪੱਤਿਆਂ ਦਾ, ਫਲਾਵਰਸ ਦਾ, ਬਰਡਸ ਦਾ ਹੋ ਗਿਆ ਕਿ ਰਹਿੰਦ ਖੂੰਹਦ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਮਤਲਬ ਕਿ ਇਹਦੇ ਵਿੱਚ ਲੈ ਸਕਦੇ ਹਾਂ, ਬਾਇਓਗ੍ਰੇਡੇਬਲ ਵੇਸਟ ਦੇ ਵਿੱਚ ਆ ਜਾਂਦੀਆਂ ਇਹ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ ਹੈ? ਸਚ ਟਾਈਪਸ ਆਫ ਵੇਸਟ ਡੂ ਨਾਟ ਕਾਜ਼ ਐਨੀ ਹਾਰਮ। ਇਹਦਾ ਮਤਲਬ ਕਿ ਕੋਈ ਵੀ ਇਨਵਾਇਰਮੈਂਟ 'ਤੇ ਕੋਈ ਵੀ ਖਤਰਾ ਨਹੀਂ ਹੁੰਦਾ, ਹਾਨੀਕਾਰਕ ਨਹੀਂ ਹੁੰਦੇ ਇਨਵਾਇਰਮੈਂਟ ਲਈ। ਬਟ ਜੇ ਆਪਾਂ ਇਹਨਾਂ ਨੂੰ ਡੀਪਲੀ ਡੰਪ ਕਰ ਦਿੰਦੇ ਹਾਂ, ਮਤਲਬ ਮਿੱਟੀ ਦੇ ਵਿੱਚ ਡੀਪਲੀ ਸੁੱਟ ਦਿੰਦੇ ਹਾਂ, ਮਤਲਬ ਕਿ ਇਹ ਫਿਰ ਬਾਇਓਗ੍ਰੇਡੇਬਲ ਵੇਸਟ ਜਿਹੜਾ ਹੈ ਉਹ ਈਜ਼ੀਲੀ ਮਤਲਬ ਆਪਾਂ ਨੂੰ ਕਰ ਸਕਦੇ ਹਾਂ, ਸੈੱਟ ਕਰ ਸਕਦੇ ਹਾਂ। ਠੀਕ ਹੈ, ਜਿੱਦਾਂ ਨੋਨ ਬਾਇਓਗ੍ਰੇਡੇਬਲ ਵੇਸਟ ਕਿਹੜਾ ਹੁੰਦਾ? ਵੇਸਟ ਦੈਟ ਡੂ ਨਾਟ ਗੈਟ, ਮਤਲਬ ਜਿਹੜਾ ਕਹਿੰਦਾ ਮਤਲਬ ਬਾਇਓਗ੍ਰੇਡੇਬਲ ਵੇਸਟ ਕੀ ਹੁੰਦਾ ਹੈ? ਜਿਹਨੂੰ ਮਤਲਬ ਕਿ ਆਪਾਂ ਜਿਹੜਾ ਗਲ ਛੇਤੀ ਜਾਂਦਾ, ਕਹਿਣ ਦਾ ਮਤਲਬ ਛੇਤੀ ਮਿੱਟੀ ਦੇ ਵਿੱਚ ਰਲ ਜਾਂਦਾ ਹੈ। ਠੀਕ ਹੈ, ਜਿੱਦਾਂ ਹੁਣ ਛਿਲਕਾਂ ਹੋ ਗਈਆਂ, ਸਬਜ਼ੀ ਦੀਆਂ ਛਿਲਕਾਂ ਹੋ ਗਈਆਂ, ਫਰੂਟਸ ਦੀਆਂ ਛਿਲਕਾਂ ਹੋ ਗਈਆਂ, ਹੁਣ ਆਪਾਂ ਈਜ਼ੀਲੀ ਜੇਕਰ ਮਿੱਟੀ ਟੋਆ ਪੁੱਟ ਕੇ ਆਪਾਂ ਉਹਦੇ ਵਿੱਚ ਪਾ ਦਈਏ ਦੈਨ ਉਹ ਈਜ਼ੀਲੀ ਮਤਲਬ ਛੇਤੀ ਉਹ ਗਲ ਜਾਏਗਾ ਅਤੇ ਉਹ ਮਿੱਟੀ ਹੀ ਬਣ ਜਾਏਗਾ। ਨੋਨ ਬਾਇਓਗ੍ਰੇਡੇਬਲ ਵੇਸਟ ਉਹ ਹੁੰਦਾ ਹੈ ਜਿਹੜਾ ਮਤਲਬ ਕਿ ਈਜ਼ੀਲੀ ਉਹ ਕੀ ਹੋ ਜਾਂਦਾ? ਡਿਕੇ ਔਰ ਡੀਕੰਪੋਜ਼ਡ, ਮਤਲਬ ਕਿ ਉਹ ਟੁੱਟਦਾ ਨਹੀਂ ਹੈਗਾ, ਬ੍ਰੇਕ ਨਹੀਂ ਹੁੰਦਾ ਹੈਗਾ ਅਤੇ ਉਹ ਗਲਦਾ ਨਹੀਂ ਹੈਗਾ। ਜਿਸ ਤਰ੍ਹਾਂ ਉਹਦੇ ਵਿੱਚ ਆ ਜਾਂਦਾ ਵੇਸਟ, ਅਤੇ ਇਹ ਜਿਹੜਾ ਆ ਬਹੁਤ ਜ਼ਿਆਦਾ ਹਾਰਮਫੁਲ ਹੁੰਦਾ ਆ ਇਨਵਾਇਰਮੈਂਟ ਦੇ ਲਈ। ਇਹਦੇ ਵਿੱਚ ਜਿਸ ਤਰ੍ਹਾਂ ਮੈਟਲ ਆ ਜਾਂਦੀ ਹੈ, ਗਲਾਸ ਆ ਜਾਂਦੇ ਆ, ਨਿੱਕਲ, ਕੈਲ, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ। ਜਿਸ ਤਰ੍ਹਾਂ ਪਲਾਸਟਿਕ ਵੀ ਹੋ ਗਿਆ। ਪਲਾਸਟਿਕ ਨੂੰ ਜਿੰਨੇ ਮਰਜ਼ੀ ਟਾਈਮ ਤੱਕ ਆਪਾਂ ਨੂੰ ਉਹਨੂੰ ਸੁੱਟੀ ਰੱਖੀਏ, ਮਤਲਬ ਉਹ ਬਹੁਤ ਜ਼ਿਆਦਾ ਟਾਈਮ ਲੈਂਦਾ ਆ ਗਲਣ ਦੇ ਲਈ। ਠੀਕ ਹੈ, ਉਸ ਤੋਂ ਬਾਅਦ ਕਲਾਸੀਫਿਕੇਸ਼ਨ ਆਫ ਵੇਸਟ ਕਿਹੜੀ ਹੈ? ਦੇਖੋ ਲਿਕੁਇਡ ਵੇਸਟ ਹੋ ਗਿਆ, ਸੋਲਿਡ ਵੇਸਟ ਹੋ ਗਿਆ। ਲਿਕੁਇਡ ਵੇਸਟ ਕਿਸ ਤਰ੍ਹਾਂ ਹੋ ਸਕਦਾ? ਲਿਕੁਇਡ ਵੇਸਟ ਕਾਮਨਲੀ ਫਾਊਂਡ ਇਨ ਬੋਥ ਹਾਊਸ ਹੋਲਡ ਐਜ਼ ਵੈਲ ਐਜ਼ ਇੰਡਸਟਰੀਜ਼। ਜਿਹਦਾ ਮਤਲਬ ਇੰਡਸਟਰੀਜ਼ ਦੇ ਵਿੱਚੋਂ ਲਿਕੁਇਡ ਵੇਸਟ ਹੀ ਨਿਕਲਦਾ ਆ। ਠੀਕ ਹੈ, ਜਿਹੜਾ ਕਿ ਬਹੁਤ ਜ਼ਿਆਦਾ ਹਾਰਮਫੁਲ ਹੁੰਦਾ ਆ। ਠੀਕ ਹੈ, ਅਤੇ ਪਾਣੀ ਨੂੰ ਵੀ ਖਰਾਬ ਕਰ ਸਕਦਾ ਹੈ। ਠੀਕ ਹੈ,
ਜਿਹੜਾ ਅਸੀਂ ਪੀਂਦੇ ਹਾਂ ਪਾਣੀ ਉਹਦੇ ਲਈ ਵੀ ਬਹੁਤ ਜ਼ਿਆਦਾ ਇਹ ਡੇਂਜਰ ਹੁੰਦਾ ਹੈ, ਠੀਕ ਹੈ। ਉਸ ਤੋਂ ਬਾਅਦ ਸੋਲਿਡ ਵੇਸਟ ਕੀ ਹੁੰਦਾ ਹੈ? ਸੋਲਿਡ ਵੇਸਟ ਕੈਨ ਇਨਕਲੂਡ ਅ ਵੈਰਾਈਟੀ ਆਫ ਆਈਟਮ ਫਾਊਂਡ ਇਨ ਯੂਰ ਹਾਊਸਹੋਲਡ ਅਲੋਂਗ ਵਿਦ ਕਮਰਸ਼ੀਅਲ ਐਂਡ ਇੰਡਸਟਰੀਅਲ ਲੋਕੇਸ਼ਨ। ਮਤਲਬ ਸੋਲਿਡ ਵੇਸਟ ਵੀ ਸਾਡੇ ਘਰਾਂ ਦੇ ਵਿੱਚੋਂ ਵੀ ਹੋ ਸਕਦਾ ਹੈ ਜਾਂ ਫਿਰ ਕੋਈ ਇੰਡਸਟਰੀਜ਼ ਦੇ ਵਿੱਚੋਂ ਵੀ ਹੋ ਸਕਦਾ ਹੈ। ਜਿਸ ਤਰ੍ਹਾਂ ਮਤਲਬ ਇਹਦੇ ਵਿੱਚ ਆ ਜਾਂਦਾ ਪਲਾਸਟਿਕ ਵੇਸਟ, ਫੈਕਟਰੀਆਂ ਦੇ ਵਿੱਚੋਂ, ਘਰਾਂ ਦੇ ਵਿੱਚੋਂ ਪਲਾਸਟਿਕ ਬੈਗਸ, ਕੰਟੇਨਰਸ, ਬੋਟਲਸ ਵਗੈਰਾ ਸਾਰੀਆਂ ਹੁੰਦੀਆਂ ਨੇ ਜੋ ਕਿ ਸੋਲਿਡ ਵੇਸਟ ਦੇ ਵਿੱਚ ਹੀ ਆ ਜਾਂਦੀਆਂ। ਉਸ ਤੋਂ ਬਾਅਦ ਪੇਪਰ, ਕਾਰਡ ਵੇਸਟ ਹੋ ਗਿਆ, ਇਨਕਲੂਡਿੰਗ ਪੈਕੇਜਿੰਗ ਮਟੀਰੀਅਲ, ਨਿਊਜ਼ਪੇਪਰ, ਕਾਰਡਬੋਰਡਸ ਐਕਸੈਕਟਰਾ, ਇਹ ਸਾਰੇ ਵੀ ਕੀ ਹੋ ਜਾਂਦੇ ਆ? ਸੋਲਿਡ ਵੇਸਟ ਦੇ ਵਿੱਚ ਹੀ ਆ ਜਾਂਦੇ ਆ। ਉਸ ਤੋਂ ਬਾਅਦ ਆ ਗਿਆ ਟਿਨ ਐਂਡ ਮੈਟਲ ਕੇਨਸ। ਇਹ ਮੈਟਲਸ ਜਿਹੜੀਆਂ ਧਾਤਾਂ ਹੁੰਦੀਆਂ ਨੇ ਇਹ ਵੀ ਕੀ ਸੋਲਿਡ ਵੇਸਟ ਦੇ ਵਿੱਚ ਹੀ ਆ ਜਾਂਦੀਆਂ। ਉਸ ਤੋਂ ਬਾਅਦ ਗਲਾਸ ਵਗੈਰਾ, ਇਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਕੈਨ ਈਜ਼ੀਲੀ ਬੀ ਰਿਸਾਈਕਲਡ, ਇਹਨਾਂ ਨੂੰ ਆਪਾਂ ਈਜ਼ੀਲੀ ਰਿਸਾਈਕਲਡ ਤਾਂ ਕਰ ਸਕਦੇ ਹਾਂ ਬਟ ਇਹ ਕੀ ਹੈ? ਸੋਲਿਡ ਵੇਸਟ ਦੇ ਵਿੱਚ ਹੀ ਆ ਜਾਂਦੀਆਂ। ਉਸ ਤੋਂ ਬਾਅਦ ਆ ਗਿਆ ਆਰਗੈਨਿਕ ਵੇਸਟ, ਆਲ ਫੂਡ ਵੇਸਟ, ਗਾਰਡਨ ਵੇਸਟ, ਮੈਨੂਅਰ ਐਂਡ ਰੋਟਨ ਫਰੂਟਸ। ਆਰਗੈਨਿਕ ਵੇਸਟ ਜਿੱਦਾਂ ਮਤਲਬ ਫਰੂਟਸ ਦਾ, ਫਲਾਵਰਸ ਦਾ ਜਿਹੜਾ ਵੇਸਟ ਹੁੰਦਾ ਉਹ ਆਰਗੈਨਿਕ ਵੇਸਟ ਦੇ ਵਿੱਚ ਆ ਜਾਂਦਾ ਹੈ। ਉਸ ਤੋਂ ਬਾਅਦ ਆ ਗਿਆ ਰਿਸਾਈਕਲੇਬਲ ਵੇਸਟ। ਰਿਸਾਈਕਲੇਬਲ ਵੇਸਟ ਉਹ ਵੇਸਟ ਹੁੰਦਾ ਹੈ ਜਿਹੜਾ ਮਤਲਬ ਆਪਾਂ ਦੁਬਾਰਾ ਉਹਨੂੰ ਯੂਜ਼ ਕਰ ਸਕਦੇ ਹਾਂ, ਠੀਕ ਹੈ। ਜਿਸ ਤਰ੍ਹਾਂ ਹੋ ਗਿਆ ਪੇਪਰ ਹੋ ਗਿਆ, ਫਰਨੀਚਰ ਹੋ ਗਿਆ, ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਦੁਬਾਰਾ ਰੀਯੂਜ਼ ਕਰ ਸਕਦੇ, ਰੀਸਾਈਕਲ ਕਰ ਸਕਦੇ, ਇਹਨਾਂ ਨੂੰ ਦੁਬਾਰਾ ਹੋਰ ਸ਼ੇਪ ਦੇ ਸਕਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਹੈਰਾਡੋਸਿਸ ਵੇਸਟ, ਇਨਕਲੂਡ ਆਲ ਟਾਈਪਸ ਆਫ ਵੇਸਟ ਦੈਟ ਆਰ ਫਲੇਮੇਬਲ, ਟੌਕਸਿਕਸ, ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਕੀ ਹੋ ਜਾਂਦੀਆਂ ਆ? ਹੈਰਾਡੋਸਿਸ ਵੇਸਟ ਦੇ ਵਿੱਚ ਹੀ ਆ ਜਾਂਦੀਆਂ, ਠੀਕ ਹੈ। ਦ ਮੈਡੀਕਲ ਵੇਸਟ, ਜਿੱਦਾਂ ਮਤਲਬ ਕਿ ਮੈਡੀਕਲ ਵੇਸਟ ਜਾਂ ਕੋਈ ਹੌਸਪੀਟਲ ਦਾ ਵੇਸਟ, ਕੋਈ ਜਿਹੜਾ ਕਲੀਨਿਕ ਦਾ ਵੇਸਟ ਹੁੰਦਾ ਹੈ ਉਹ ਸਾਰਾ ਇਹਦੇ ਵਿੱਚ ਹੀ ਆ ਜਾਂਦਾ ਹੈ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਵੇਸਟ ਮੈਨੇਜਮੈਂਟ। ਆਪਾਂ ਕਿੱਦਾਂ ਵੇਸਟ ਜਿਹੜਾ ਮਟੀਰੀਅਲ ਆ ਉਹਨੂੰ ਆਪਾਂ ਕਿਸ ਤਰ੍ਹਾਂ ਮੈਨੇਜਮੈਂਟ ਕਰ ਸਕਦੇ ਹਾਂ? ਸਭ ਤੋਂ ਪਹਿਲਾਂ ਤਾਂ ਦੇਖੋ ਸਾਨੂੰ ਜਿਹੜੇ ਬਿਨ, ਰਿਸਾਈਕਲ ਬਿਨ ਆ ਉਹਨਾਂ ਨੂੰ ਸਾਨੂੰ ਪਹਿਲਾਂ ਤਾਂ ਅਲੱਗ-ਅਲੱਗ ਰੱਖਣਾ ਚਾਹੀਦਾ, ਜਿਸ ਤਰ੍ਹਾਂ ਇਹ ਦੱਸਿਆ ਹੋਇਆ ਜਿਹੜਾ ਬਲੂ ਵਾਲਾ ਹੈ ਔਰ ਗ੍ਰੀਨ ਵਾਲਾ ਹੈ। ਬਲੂ ਦੇ ਵਿੱਚ ਨੋਨ ਬਾਇਓਗ੍ਰੇਡੇਬਲ ਵੇਸਟ ਪਾਉਣਾ ਚਾਹੀਦਾ। ਨੋਨ ਬਾਇਓਗ੍ਰੇਡੇਬਲ ਵੇਸਟ ਕਿਹੜਾ ਹੁੰਦਾ ਹੈ? ਜਿਹੜਾ ਈਜ਼ੀਲੀ ਡਿਕੇਡ ਨਹੀਂ ਹੁੰਦਾ। ਅਤੇ ਗ੍ਰੀਨ ਬਿਨ ਦੇ ਵਿੱਚ ਉਹ ਪਾਉਣਾ ਚਾਹੀਦਾ ਜਿਹੜਾ ਈਜ਼ੀਲੀ ਡਿਕੇ ਹੋ ਜਾਂਦਾ ਹੈ, ਈਜ਼ੀਲੀ ਬ੍ਰੇਕਅਪ ਹੋ ਜਾਂਦਾ ਹੈ, ਠੀਕ ਹੈ, ਈਜ਼ੀਲੀ ਉਹ ਗਲ ਜਾਂਦਾ ਹੈ, ਠੀਕ ਹੈ। ਸੋ ਸਾਨੂੰ ਇਹਨਾਂ ਦੇ ਥਰੂ ਮੈਨੇਜਮੈਂਟ ਜਿਹੜੀ ਆ ਉਹ ਕਰਨੀ ਚਾਹੀਦੀ ਆ। ਸਾਨੂੰ ਮਿਕਸ ਨਹੀਂ ਕਰਨਾ ਚਾਹੀਦਾ ਕੂੜੇ ਕਚਰੇ ਨੂੰ, ਤਾਂ ਕਿ ਉਹ ਈਜ਼ੀਲੀ ਆਪਾਂ ਉਹਨਾਂ ਨੂੰ ਦੁਬਾਰਾ ਰੀਸਾਈਕਲ ਰੀਯੂਜ਼ ਕਰ ਸਕੀਏ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਰਿਸਾਈਕਲਿੰਗ ਆਫ ਪੇਪਰ। ਪੇਪਰ ਨੂੰ ਅਸੀਂ ਕਿਸ ਤਰ੍ਹਾਂ ਰਿਸਾਈਕਲ ਕਰ ਸਕਦੇ ਹਾਂ? ਦ ਪ੍ਰੋਸੈਸ ਆਫ ਮੈਨੂਫੈਕਚਰਿੰਗ ਓਲਡ ਪੇਪਰ ਪ੍ਰੋਡਕਟਸ ਐਂਡ ਟਰਨਿੰਗ ਦੈਮ ਇਨਟੂ ਅ ਨਿਊ। ਮਤਲਬ ਜਿਹੜੇ ਪੁਰਾਣੇ ਪੇਪਰ ਹੁੰਦੇ ਆ ਉਹਨਾਂ ਨੂੰ ਅਸੀਂ ਨਵਾਂ ਬਣਾ ਸਕਦੇ ਹਾਂ ਰੀਯੂਜ਼ ਕਰਕੇ, ਠੀਕ ਹੈ। ਉਹਨੂੰ ਕੀ ਬੋਲਦੇ ਆ? ਰਿਸਾਈਕਲਿੰਗ। ਨਿਊਜ਼ਪੇਪਰ ਜਿਸ ਤਰ੍ਹਾਂ ਹੋ ਗਏ, ਜਿਸ ਤਰ੍ਹਾਂ ਫੋਨ ਬੁੱਕ, ਕਾਰਡਬੋਰਡਸ, ਮੈਗਜ਼ੀਨ, ਕੰਪਿਊਟਰ ਪੇਪਰ, ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਦੁਬਾਰਾ ਰਿਸਾਈਕਲ ਕਰ ਸਕਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਰਿਸਾਈਕਲਿੰਗ ਆਫ ਪਲਾਸਟਿਕ। ਰਿਸਾਈਕਲਿੰਗ ਆਫ ਪਲਾਸਟਿਕ ਸਭ ਤੋਂ ਪਹਿਲਾਂ ਇਹਨਾਂ ਦੇ ਸਟੈਪਸ ਵੀ ਦੇਖ ਲਓ ਕਿਸ ਤਰ੍ਹਾਂ ਆਪਾਂ ਰਿਸਾਈਕਲਿੰਗ ਕਰਨੀ ਹੈ। ਫਸਟ ਆਫ ਆਲ ਦ ਵੇਸਟ ਪੇਪਰਸ ਆਰ ਕਲੈਕਟਡ। ਸਭ ਤੋਂ ਪਹਿਲਾਂ ਵੇਸਟ ਪੇਪਰ ਕਲੈਕਟ ਕਰ ਲੈਣੇ ਆ। ਦੈਨ ਦੀਜ਼ ਆਰ ਸੌਰਟਡ, ਉਹਨਾਂ ਨੂੰ ਬਾਅਦ ਤੋਂ ਸੌਰਟਡ ਕਰ ਲੈਣਾ, ਅਲੱਗ-ਅਲੱਗ ਕਰ ਲੈਣਾ, ਠੀਕ ਹੈ। ਉਸ ਤੋਂ ਬਾਅਦ ਡਿਲੀਵਰ ਟੂ ਮਿਲ, ਉਹਨਾਂ ਨੂੰ ਮਿਲ ਦੇ ਵਿੱਚ ਭੇਜ ਦੇਣਾ। ਵੇਸਟ ਪੇਪਰ ਇਜ਼ ਐਡਡ ਟੂ ਵਾਟਰ, ਉਹਨਾਂ ਨੂੰ ਕੀ ਕਰਨਾ ਹੈ? ਵਾਟਰ ਦੇ ਵਿੱਚ ਕੀ ਕਰ ਦੇਣਾ? ਪਾ ਦੇਣਾ, ਪਾਣੀ ਦੇ ਵਿੱਚ ਭੇਜ ਦੇਣਾ। ਵੇਸਟ ਪੇਪਰ ਇਜ਼ ਐਡਡ ਟੂ ਵਾਟਰ ਐਂਡ ਟਰਨਡ ਇਨਟੂ ਅ ਪਲਪ ਐਟ ਪੇਪਰ ਮਿਲ। ਉਸ ਤੋਂ ਬਾਅਦ ਉਹਨੂੰ ਕੀ ਕਰ ਦੇਣਾ? ਢੱਕ ਦੇਣਾ ਹੈ, ਕਿਹਦੇ ਨਾਲ? ਪੇਪਰ ਮਿਲ ਦੇ ਨਾਲ, ਠੀਕ ਹੈ। ਸੌਰੀ, ਡਿਲੀਵਰ ਟੂ ਮਿਲ, ਹਾਂ ਠੀਕ ਹੈ। ਉਸ ਤੋਂ ਬਾਅਦ ਦੈਨ ਦਿਸ ਪਲਪ ਇਜ਼ ਸਕਰੀਨਡ, ਕਲੀਨਡ ਐਂਡ ਡਰਿੰਕ ਥਰੂ ਅ ਨੰਬਰ ਆਫ ਪ੍ਰੋਸੈਸ। ਇਹ ਤੋਂ ਬਾਅਦ ਇਹ ਮਤਲਬ ਚੰਗੀ ਤਰ੍ਹਾਂ ਵਾਸ਼ ਹੁੰਦਾ ਆ, ਸਕੈਨਡ ਹੁੰਦਾ ਹੈ, ਸਕਰੀਨਡ ਹੁੰਦਾ ਹੈ, ਠੀਕ ਹੈ। ਕਿੰਨੇ ਸਾਰੇ ਇਹਦੇ ਵਿੱਚ ਪ੍ਰੋਸੈਸ ਦੇ ਵਿੱਚੋਂ ਇਹ ਲੰਘਦਾ ਹੈ ਅਤੇ ਉਸ ਤੋਂ ਬਾਅਦ ਪੇਪਰ ਬਣਦਾ ਹੈ। ਨਾਓ ਇਟ ਇਜ਼ ਕਨਵਰਟਡ ਇਨਟੂ ਅ ਨਿਊ ਪੇਪਰ। ਇਸ ਤੋਂ ਬਾਅਦ ਇਹ ਨਵਾਂ ਪੇਪਰ ਬਣ ਜਾਂਦਾ। ਜਾਣੀ ਕਿ ਜਿਸ ਤਰ੍ਹਾਂ ਤੁਸੀਂ ਜਿਹੜੇ ਪੇਪਰ ਵੇਸਟ ਕਰ ਦਿੰਦੇ ਆ ਬੱਚੇ, ਕਾਫੀ ਪੇਪਰ ਜਿਹੜੇ ਹੁੰਦੇ ਆ ਅਸੀਂ ਉਸੇ ਤਰ੍ਹਾਂ ਵੈਸੇ ਹੀ ਸਿੱਟ ਦਿੰਦੇ ਹਾਂ ਵੇਨ ਦੇ ਵਿੱਚ, ਅਤੇ ਉਹ ਵੇਸਟ ਇਸੇ ਤਰ੍ਹਾਂ ਕਚਰੇ ਦੇ ਵਿੱਚ ਚਲੇ ਜਾਂਦੇ। ਸਾਨੂੰ ਉਹਨਾਂ ਨੂੰ ਦੁਬਾਰਾ ਰੀਸਾਈਕਲ ਕਰ ਸਕਦੇ ਹਾਂ, ਠੀਕ ਹੈ। ਉਹਨਾਂ ਨੂੰ ਕਲੈਕਟ ਕਰਕੇ ਇਸੇ ਤਰ੍ਹਾਂ ਮਤਲਬ ਕਿ ਦੁਬਾਰਾ ਨਵਾਂ ਪੇਪਰ ਜਿਹੜਾ ਬਣਾ ਸਕਦੇ। ਰਿਸਾਈਕਲਿੰਗ ਆਫ ਪਲਾਸਟਿਕ। ਪਲਾਸਟਿਕ ਦੀ ਰਿਸਾਈਕਲਿੰਗ ਕਿਸ ਤਰ੍ਹਾਂ ਹੋ ਸਕਦੀ? ਪਲਾਸਟਿਕ ਇਜ਼ ਵੰਡਰਫੁਲ ਮਟੀਰੀਅਲ ਐਂਡ ਬੀਂਗ ਯੂਜ਼ਡ ਐਕਸਟੈਂਸਿਵਲੀ ਆਲ ਓਵਰ ਦਾ ਵਰਲਡ। ਮਤਲਬ ਇਹ ਪੂਰੇ ਵਰਲਡ ਦੇ ਵਿੱਚ ਯੂਜ਼ ਕੀਤਾ ਜਾਂਦਾ ਬਿਕੋਜ਼ ਆਫ ਦਿਸ ਇਜ਼ ਵਰਸੇਟਾਈਲ ਪ੍ਰੋਪਰਟੀ। However, today plastics have become a serious environment and health concern worldwide। ਮਤਲਬ ਕਿ ਇੱਕ ਤਰ੍ਹਾਂ ਦਾ ਸੀਰੀਅਸ ਮੈਟਰ ਬਣ ਗਿਆ ਹੈ ਸਾਡੇ ਵਰਲਡ ਵਾਈਡ 'ਤੇ, ਠੀਕ ਹੈ। ਬਟ ਇਹ ਵਰਲਡ ਵਾਈਡ 'ਤੇ ਯੂਜ਼ ਵੀ ਬਹੁਤ ਹੋ ਰਿਹਾ ਹੈ, ਠੀਕ ਹੈ, ਕਿਉਂਕਿ ਇਹ ਕੀ ਹੈ, ਇੱਕ ਤਰ੍ਹਾਂ ਨਾਲ ਸਸਤਾ ਆ, ਸਸਤਾ ਹੋਣ ਦੇ ਕਰਕੇ ਵੀ ਹੈ, ਔਰ ਇਹ ਈਜ਼ੀਲੀ ਅਵੇਲੇਬਲ ਵੀ ਹੋ ਜਾਂਦਾ ਹੈ, ਠੀਕ ਹੈ। ਬਟ ਇਹ ਕੀ ਹੈ? ਨੋਨ ਬਾਇਓਗ੍ਰੇਡੇਬਲ ਲਈ, ਨੋਨ ਬਾਇਓਗ੍ਰੇਡੇਬਲ ਮਤਲਬ ਈਜ਼ੀਲੀ ਇਹ ਕੀ ਨਹੀਂ ਹੁੰਦਾ? ਗਲਦਾ ਨਹੀਂ ਹੈਗਾ, ਠੀਕ ਹੈ।
ਪਲਾਸਟਿਕ ਦੇ ਕੈਰੀ ਬੈਗ ਐਂਡ ਬੋਟਲਸ ਆਰ ਕੇਅਰਲੈਸਲੀ ਡਿਸਕਾਰਡ, ਮਤਲਬ ਕਿ ਸਾਡੇ ਦੁਆਰਾ ਅਸੀਂ ਕੀ ਕਰਦੇ ਹਾਂ, ਪਲਾਸਟਿਕ ਦੇ ਜਿਹੜੇ ਬੈਗ ਹੁੰਦੇ ਆ ਜਾਂ ਫਿਰ ਬੋਟਲਸ ਹੁੰਦੀਆਂ ਉਹਨਾਂ ਨੂੰ ਅਸੀਂ ਕੀ ਕਰ ਦਿੰਦੇ ਆ, ਈਜ਼ੀਲੀ ਮਤਲਬ ਸਿੱਟ ਦਿੰਦੇ ਆ, ਠੀਕ ਹੈ। ਉਹ ਮਤਲਬ ਕਿ ਬਹੁਤ ਸਮੇਂ ਤੱਕ ਕੀ ਆ ਇਸੇ ਤਰ੍ਹਾਂ ਹੀ ਪਏ ਰਹਿੰਦੇ ਆ, ਅਤੇ ਜਿਸ ਦੇ ਨਾਲ ਕੀ ਹੁੰਦੇ ਆ, ਉਹ ਮਿੱਟੀ ਦੇ ਵਿੱਚ ਜਾਣੀ ਕਿ ਪੂਰੀ ਤਰ੍ਹਾਂ ਉਹ ਡਿਕੇ ਨਹੀਂ ਹੁੰਦੇ ਹੈਗੇ, ਅਤੇ ਉਹ ਹਜ਼ਾਰਾਂ ਸਾਲ ਹੀ ਉਹਨਾਂ ਨੂੰ ਗਲਣ ਦੇ ਲਈ, ਹਜ਼ਾਰਾਂ ਤੋਂ ਵੀ ਜ਼ਿਆਦਾ ਸਾਲ ਜਿਹੜੇ ਆ ਉਹਨਾਂ ਨੂੰ ਗਲਣ ਦੇ ਲਈ ਲੱਗ ਜਾਂਦੇ ਆ, ਠੀਕ ਹੈ। ਇਸ ਲਈ ਸਾਨੂੰ ਉਹਨਾਂ ਨੂੰ ਕੀ ਕਰਨਾ ਚਾਹੀਦਾ, ਉਹਨਾਂ ਦੀ ਵੀ ਰਿਸਾਈਕਲਿੰਗ ਕਰਨੀ ਚਾਹੀਦੀ ਹੈ ਤਾਂ ਕਿ ਉਹ ਸਾਡੇ ਇਨਵਾਇਰਮੈਂਟ ਦੇ ਲਈ ਹਾਰਮਫੁਲ ਨਾ ਹੋਣ, ਠੀਕ ਹੈ। ਉਸ ਤੋਂ ਦੇਖੋ ਕਿਸ ਤਰ੍ਹਾਂ ਇਹਨੂੰ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਪੀਪਲ ਕਾਮਨਲੀ ਥਰੋ ਅਵੇ ਦਾ ਅਨਕਨਜ਼ਿਊਮਡ ਫੂਡ ਇਨ ਪਲਾਸਟਿਕ ਬੈਗ ਇਜ਼ ਓਪਨ ਏਰੀਆਜ਼। ਪਹਿਲਾਂ ਤਾਂ ਕਹਿੰਦੇ ਕਿ ਓਪਨਲੀ ਅਸੀਂ ਪਲਾਸਟਿਕ ਦੇ ਬੈਗ ਸੱਟ ਦਿੰਦੇ ਹਾਂ। ਦੀਜ਼ ਆਰ ਈਟਨ ਬਾਈ, ਦੇਖੋ ਇਹਨਾਂ ਦਾ ਖਤਰਾ ਜਿਹੜਾ ਆ, ਜਿਹੜੇ ਜਾਨਵਰਸ ਨੇ ਉਹ ਇਹਨਾਂ ਨੂੰ ਖਾ ਲੈਂਦੇ ਨੇ, ਖਾਣ ਤੋਂ ਬਾਅਦ ਕਿ ਉਹ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ, ਠੀਕ ਹੈ। ਸੋ ਰਿਸਾਈਕਲਡ ਐਂਡ ਕਲਰ ਪਲਾਸਟਿਕ ਬੈਗ ਕੰਟੇਨ, ਸਭ ਤੋਂ ਪਹਿਲਾਂ ਤਾਂ ਸਾਨੂੰ ਉਹਨਾਂ ਨੂੰ ਕਿਸ ਤਰ੍ਹਾਂ ਰਿਸਾਈਕਲਿੰਗ ਕਰਨੀ ਉਹਦੇ ਬਾਰੇ ਦੇਖਦੇ ਹਾਂ, ਠੀਕ ਹੈ। ਰਿਸਾਈਕਲਿੰਗ ਦੇ ਲਈ ਕੀ ਕਰਨਾ ਹੈ, ਸਾਨੂੰ ਜਿਹੜੇ ਪਲਾਸਟਿਕ ਦੇ ਬੈਗ ਆ ਉਹਨਾਂ ਦੀ ਰਿਸਾਈਕਲਿੰਗ ਕਰਨ ਦੇ ਲਈ ਸਾਨੂੰ ਉਹਨਾਂ ਦੀ ਸਭ ਤੋਂ ਪਹਿਲਾਂ ਤਾਂ ਘੱਟ ਵਰਤੋਂ ਕਰਨੀ ਚਾਹੀਦੀ ਹੈ, ਉਹਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ। ਜਿੰਨਾ ਹੋ ਸਕੇ ਸਾਨੂੰ ਪਲਾਸਟਿਕ ਦੀ ਵਰਤੋਂ ਨੂੰ ਸਾਡੇ ਲਾਈਫ ਦੇ ਵਿੱਚੋਂ ਘੱਟ ਕਰਨਾ ਚਾਹੀਦਾ ਹੈ, ਠੀਕ ਹੈ, ਕਿਉਂਕਿ ਜਿੰਨੀ ਅਸੀਂ ਜ਼ਿਆਦਾ ਘੱਟ ਕਰਾਂਗੇ ਉਹਦੀ ਵਰਤੋਂ, ਉਨਾ ਹੀ ਉਹ ਸਾਡੀ ਐਨਵਾਇਰਮੈਂਟ ਦੇ ਲਈ ਹਾਰਮਫੁਲ ਜਿਹੜਾ ਆ ਉਹ ਘੱਟ ਹੀ ਹੋਵੇਗਾ, ਠੀਕ ਹੈ। ਅਬਾਊਟ 60 ਔਰ 80% ਆਫ ਪਲਾਸਟਿਕ ਵੇਸਟ ਇਜ਼ ਕਲੈਕਟਡ ਥਰੂ ਰੈਗ ਪਿਕਰਸ, ਵੇਸਟ ਕਲੈਕਟਰਸ, ਮਤਲਬ ਕਿ ਜਿਹੜੇ ਇਹ ਸਾਰੇ ਚੁੱਕਦੇ ਮਤਲਬ ਉਹ ਪਲਾਸਟਿਕ ਦੀਆਂ ਬੋਟਲਸ ਵਗੈਰਾ ਚੁੱਕਦੇ ਹੁੰਦੇ ਆ, ਉਹਨਾਂ ਦੇ ਥਰੂ ਇਹ ਮਤਲਬ ਕਿ 60 to 80% ਪਲਾਸਟਿਕ ਉਹੀ ਇਕੱਠੀ ਕਰ ਲੈਂਦੇ ਆ, ਅਤੇ ਜਿਹੜੀ ਬਾਕੀ 30 ਔਰ 40% ਬਚਦੀ ਹੈ ਉਹ ਲਿਟਰ ਅਰਾਊਂਡ ਇਨ ਓਪਨ, ਉਹ ਮਤਲਬ ਓਪਨਲੀ ਜਿਹੜੀ ਆ ਉਹ ਗਾਰਬੇਜ ਦੇ ਵਿੱਚ ਪਈ ਰਹਿੰਦੀ ਹੈ, ਠੀਕ ਹੈ, ਉਹਨਾਂ ਨੂੰ ਕੋਈ ਨਹੀਂ ਚੁੱਕਦਾ। ਅਤੇ ਇਨ ਦਾ ਗਵਰਨਮੈਂਟ ਆਫ ਇੰਡੀਆ ਹੈਜ਼ ਇੰਪੋਜ਼ਡ ਅ ਬੈਨ ਆਫ ਯੂਜ਼ ਆਫ ਨੋਨ, ਮਤਲਬ ਕਿ ਗਵਰਨਮੈਂਟ ਨੇ ਇਹਦੇ 'ਤੇ ਬੈਨ ਲਾਉਣ ਬਾਰੇ ਵੀ ਕਿਹਾ ਹੈ ਕਿ ਮਤਲਬ ਹੋ ਸਕਦਾ ਹੈ ਕਿ ਵੈਸੇ ਕਈ ਮਤਲਬ ਹੋ ਵੀ ਗਿਆ ਆ ਕਿ ਇਹਦੇ 'ਤੇ ਬੈਨ ਲੱਗੇ, ਠੀਕ ਹੈ, ਕਈ ਮਤਲਬ ਸਟੇਟਸ ਦੇ ਵਿੱਚ, ਠੀਕ ਹੈ। ਬਟ ਸਟਿਲ ਜਿਹੜਾ ਹੈ ਸਾਨੂੰ ਇਹੀ ਕਰਨਾ ਚਾਹੀਦਾ ਕਿ ਇਹਦੇ ਲਈ ਸਾਨੂੰ ਪਲਾਸਟਿਕ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਰਿਸਾਈਕਲਿੰਗ ਆਫ ਮੈਟਲ ਐਂਡ ਗਲਾਸ, ਮੈਟਲ ਵੇਸਟ ਇਨਕਲੂਡ ਕੰਟੇਨਰਸ, ਕੋਲਡ ਡਰਿੰਕਸ, ਕੈਨ ਸਪਿਨਸ, ਇਹ ਸਾਰੀਆਂ ਕੀ ਹੋ ਸਕਦੀਆਂ, ਮੈਟਲਸ ਅਤੇ ਗਲਾਸ, ਠੀਕ ਹੈ। ਉਸ ਤੋਂ ਬਾਅਦ ਗਲਾਸ ਵੇਸਟ ਇਨਕਲੂਡ ਓਲਡ ਔਰ ਬ੍ਰੋਕਨ ਬੋਟਲਸ, ਇਹਨਾਂ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ ਹੈ। ਅਤੇ ਇਹਦੀ ਜਿੱਦਾਂ ਐਡਵਾਂਟੇਜਸ ਕੀ ਹੈ ਇਹਦੀਆਂ ਰਿਸਾਈਕਲ ਦੀਆਂ, ਦੇਖੋ ਹੈਲਪਸ ਟੂ ਕੀਪ ਅਪ ਸਰਾਊਂਡਿੰਗ ਕਲੀਨ, ਜੇ ਆਪਾਂ ਇਹਦੀ ਰਿਸਾਈਕਲਿੰਗ ਕਰ ਲੈਂਦੇ ਹਾਂ ਸਾਡਾ ਆਲਾ ਦੁਆਲਾ ਸਾਫ਼ ਰਹਿੰਦਾ ਹੈ, ਠੀਕ ਹੈ। ਔਰ ਰਿਡਿਊਸ ਦਾ ਡਿਮਾਂਡ ਆਫ ਰॉ ਮਟੀਰੀਅਲ ਦੀ ਜਿਹੜੀ ਡਿਮਾਂਡ ਆ, ਜਿਹੜੇ ਵੇਸਟ ਮਟੀਰੀਅਲ ਆ ਉਹਨਾਂ ਦੀ ਘਟਦੀ ਆ ਡਿਮਾਂਡ, ਰਿਡਿਊਸ ਦਾ ਡਿਮਾਂਡ ਆਫ ਜਿਹਦੀ ਰॉ ਮਟੀਰੀਅਲ ਆ ਉਹਦੀ ਡਿਮਾਂਡ ਨੂੰ ਇਹ ਘਟਾਉਂਦੇ ਆ, ਠੀਕ ਹੈ। ਉਸ ਤੋਂ ਬਾਅਦ ਸੇਵਸ ਅ ਲੋਟ ਆਫ ਐਨਰਜੀ, ਜਿਹੜੀ ਐਨਰਜੀ ਆ, ਊਰਜਾ ਆ, ਉਹਨੂੰ ਬਚਾਉਂਦੇ ਆ ਦੈਟ ਇਜ਼ ਰਿਕੁਆਇਰਡ ਟੂ ਮੈਨੂਫੈਕਚਰ ਨਿਊ ਪ੍ਰੋਡਕਟਸ, ਠੀਕ ਹੈ। ਕ੍ਰੀਏਟਸ ਅ ਸਪੇਸ ਫॉर ਐਕਸਪੈਂਸ਼ਨਸ ਐਜ਼ ਸੱਚ ਵੇਸਟ ਕੈਨ ਬੀ ਯੂਜ਼ਡ ਇਨ ਲੈਂਡਫਿਲ ਇਨ ਸਰਟੇਨ ਏਰੀਆਜ਼, ਮਤਲਬ ਇਸੇ ਤਰ੍ਹਾਂ ਜਿਹੜਾ ਵੇਸਟ ਆ, ਇਹ ਵਾਲਾ ਜਿਹੜਾ ਸਾਰਾ ਵੇਸਟ ਆ, ਇਹਨੂੰ ਆਪਾਂ ਇਹਦੇ ਥਰੂ ਆਪਾਂ ਲੈਂਡਫਿਲ ਲਈ ਵੀ ਯੂਜ਼ ਕਰ ਸਕਦੇ ਹਾਂ, ਕਈਆਂ ਥਾਵਾਂ 'ਤੇ ਲੈਂਡਫਿਲ ਦੀ ਜ਼ਰੂਰਤ ਪੈਂਦੀ ਹੈ, ਠੀਕ ਹੈ। ਉਸ ਤੋਂ ਬਾਅਦ ਇਕਨੋਮਿਕਲ ਟੂ ਰਿਸਾਈਕਲ, ਸੇਵ ਟਾਈਮ, ਸੇਵ ਮਨੀ, ਸੇਵ ਦਾ ਇਨਵਾਇਰਮੈਂਟ, ਠੀਕ ਹੈ। ਟਾਈਮ ਮਨੀ ਵੀ ਬਚਦਾ, ਸਾਡਾ ਇਨਵਾਇਰਮੈਂਟ ਵੀ ਬਚਦਾ ਹੈ ਰਿਸਾਈਕਲਿੰਗ ਕਰਨ ਦੇ ਨਾਲ, ਠੀਕ ਹੈ। ਉਸ ਤੋਂ ਬਾਅਦ ਹਾਊ ਕੈਨ ਆਈ ਹੈਲਪ ਇਨ ਰਿਸਾਈਕਲਿੰਗ ਵੇਸਟ, ਸਭ ਤੋਂ ਪਹਿਲਾਂ ਰਿਡਿਊਸ ਕਰਨਾ ਚਾਹੀਦਾ ਸਾਨੂੰ ਦ ਯੂਜ਼ ਆਫ ਪਲਾਸਟਿਕ ਐਂਡ ਪੇਪਰ ਬੈਗਸ ਐਜ਼ ਫਾਰ ਐਜ਼ ਪੋਸੀਬਲ, ਜਿੱਥੇ ਤੱਕ ਹੋ ਸਕੇ ਸਾਨੂੰ ਪਲਾਸਟਿਕ ਦੀ ਵਰਤੋਂ ਘੱਟ ਕਰਨੀ ਚਾਹੀਦੀ, ਰਿਡਿਊਸ ਕਰਨਾ ਚਾਹੀਦਾ। ਰੀਫਿਊਜ਼ ਟੂ ਟੇਕ ਦਾ ਫੈਂਸੀ ਪਲਾਸਟਿਕ ਬੈਗ ਆਫਰਡ ਬਾਏ ਦਾ ਸ਼ੋਪਕੀਪਰ, ਉਹਨਾਂ ਨੂੰ ਰਿਫਿਊਜ਼ ਕਰ ਦੇਣਾ ਚਾਹੀਦਾ, ਜਿੱਦਾਂ ਮਤਲਬ ਫੈਂਸੀ ਪਲਾਸਟਿਕ ਬੈਗਸ ਜਿਹੜੇ ਆਫਰ ਕੀਤੇ ਜਾਂਦੇ ਨਾ ਸ਼ੋਪਕੀਪਰਸ ਦੁਆਰਾ, ਉਹਨਾਂ ਨੂੰ ਘਟਾਓ ਆਪਣਾ, ਠੀਕ ਹੈ। ਉਸ ਤੋਂ ਬਾਅਦ ਰੀਯੂਜ਼ ਦਾ ਓਲਡ ਪਲਾਸਟਿਕ ਬੈਗ ਐਂਡ ਬੋਟਲਸ ਇਫ ਦੇ ਹੈਵ ਗੁੱਡ ਕੰਡੀਸ਼ਨਸ ਐਂਡ ਨੋਟ ਕੰਟੈਮੀਨੇਟਡਸ, ਮਤਲਬ ਰੀਯੂਜ਼ ਕਰੋ ਉਹਨਾਂ ਨੂੰ, ਓਲਡ ਪਲਾਸਟਿਕ ਬੈਗਸ ਬੋਟਲਸ ਹੋ ਗਈਆਂ ਉਹਨੂੰ ਦੁਬਾਰਾ ਰੀਯੂਜ਼ ਕਰੋ, ਬਟ ਪਲਾਸਟਿਕ ਨੂੰ ਵੀ ਰੀਯੂਜ਼ ਤਾਂ ਹੀ ਕਰਨਾ ਚਾਹੀਦਾ ਹੈ ਜੇਕਰ ਉਹ ਗੁੱਡ ਕੰਡੀਸ਼ਨਸ ਦੀ ਹੋਵੇ, ਠੀਕ ਹੈ, ਠੀਕ ਹੈ। ਉਸ ਤੋਂ ਬਾਅਦ ਰਿਕਵਰ ਐਜ਼ ਮਚ ਮਟੀਰੀਅਲ ਫਰੋਮ ਵੇਸਟ ਐਜ਼ ਪੋਸੀਬਲ ਟੂ ਮਿਨੀਮਾਈਜ਼ ਸੈਗਰੇਟ ਯੂਅਰ ਹਾਊਸ ਗਾਰਬੇਜ ਇਨਟੂ 2 ਬਿਨਸ, ਮਤਲਬ ਰਿਕਵਰ ਕਰੋ ਪਲਾਸਟਿਕ ਜਿਹੜੀ ਮਤਲਬ ਬਾਇਓਗ੍ਰੇਡੇਬਲ ਔਰ ਨੋਨ ਬਾਇਓਗ੍ਰੇਡੇਬਲ ਵੇਸਟ ਹੈ ਉਹਨਾਂ ਲਈ ਅਲੱਗ-ਅਲੱਗ ਬਿਨ ਲਗਾਓ, ਠੀਕ ਹੈ। ਰੀਸਾਈਕਲ ਦੁਬਾਰਾ ਵਟ ਐਵਰ ਯੂ ਕੈਨ recycle the fruits, vegetable peels, eggs, shells, raw metals etc into organic manner, ਮਤਲਬ ਕਿ ਰਿਸਾਈਕਲ ਦਾ ਮਤਲਬ ਕਿ ਉਹਨੂੰ ਦੁਬਾਰਾ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਿੱਦਾਂ ਵੈਜੀਟੇਬਲਸ ਦਾ ਵੇਸਟ, ਫਰੂਟਸ ਦਾ ਵੇਸਟ, ਉਹਨਾਂ ਸਾਰਿਆਂ ਨੂੰ ਆਪਾਂ ਜ਼ਮੀਨ ਦੇ ਵਿੱਚ ਡਿੱਗ ਕਰ ਸਕਦੇ ਹਾਂ ਨਾ, ਸੋ ਉਹ ਵੀ ਇੱਕ ਤਰ੍ਹਾਂ ਦਾ ਰਿਸਾਈਕਲ ਹੋ ਗਿਆ।
ਸੋ ਇਹ ਸੀਗਾ ਚੈਪਟਰ ਨੰਬਰ ਤੁਹਾਡਾ 14 ਵੇਸਟ, ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ। ਸੋ ਕੁਐਸਚਨ ਆਨਸਰ ਅਸੀਂ ਕੱਲ੍ਹ ਡਿਸਕਸ ਕਰਾਂਗੇ। ਤੁਸੀਂ ਚੈਪਟਰ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਆਪ ਖੁਦ ਰੀਡ ਕਰਨਾ ਹੈ। ਮੈਂ ਤੁਹਾਨੂੰ ਥੋੜ੍ਹਾ ਥੋੜ੍ਹਾ ਸਾਰਾ ਕੁਝ ਸਮਝਾਤਾ ਹੈ ਡਿਟੇਲ ਦੇ ਵਿੱਚ, ਨਹੀਂ ਤਾਂ ਥੋੜ੍ਹਾ ਥੋੜ੍ਹਾ ਮਤਲਬ ਈਜ਼ੀਲੀ ਤੁਸੀਂ ਇੱਕ ਵਾਰੀ ਰੀਡ ਕਰੋਗੇ ਤੁਹਾਨੂੰ ਸਮਝ ਲੱਗ ਜਾਏਗਾ। ਸੋ ਇਹ ਸੀ ਤੁਹਾਡਾ ਚੈਪਟਰ ਨੰਬਰ 14। ਓਕੇ ਸਟੂਡੈਂਟਸ, ਥੈਂਕ ਯੂ, ਹੈਵ ਅ ਨਾਈਸ ਡੇ।